ਹੈਲੋ ਗਾਇਸ, ਦਿਸ ਇਜ਼ ਮਾਈ यूट्यूब ਚੈਨਲ। ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਭਾਈ ਗੁਰਦਾਸ ਜੀ ਦੇ ਚੈਪਟਰ 4 ਪੜ੍ਹਾ ਰਹੀ ਹਾਂ, ਜੋ ਕਿ ਤੁਹਾਡੀ 10ਵੀਂ ਦੀ ਬੁੱਕ ਕਵਿਤਾ ਅਤੇ ਵਾਰਤਕ ਵਿੱਚੋਂ ਹੈ। ਸ਼ੁਰੂ ਕਰਦੇ ਹਾਂ। ਭਾਈ ਗੁਰਦਾਸ ਜੀ ਦਾ ਜਨਮ 1559 ਵਿੱਚ ਹੋਇਆ ਅਤੇ ਉਹਨਾਂ ਦੀ ਡੈਥ 1957 ਈਸਵੀ ਵਿੱਚ ਹੋਈ। ਪੜ੍ਹਦੇ ਹਾਂ। ਭਾਈ ਗੁਰਦਾਸ ਜੀ ਦਾ ਜਨਮ ਗੁਰੂ ਅਮਰਦਾਸ ਜੀ ਦੇ ਭਲਾ ਘਰਾਣੇ ਵਿੱਚ ਹੋਇਆ, ਯਾਨੀ ਕਿ ਉਹਨਾਂ ਦੇ ਖਾਨਦਾਨ ਵਿੱਚ ਹੋਇਆ, ਅਮਰਦਾਸ ਜੀ ਦੇ ਖਾਨਦਾਨ ਵਿੱਚ। ਭਾਈ ਗੁਰਦਾਸ ਗੁਰੂ ਅਮਰਦਾਸ ਜੀ ਦੇ ਭਤੀਜੇ ਹਨ। ਜਿਹੜੇ ਗੁਰਦਾਸ ਜੀ ਹਨ, ਉਹ ਜਿਹੜੇ ਅਮਰਦਾਸ ਜੀ ਹਨ, ਉਹਨਾਂ ਦੇ ਕੌਣ ਨੇ? ਭਤੀਜੇ ਹਨ। ਆਪ ਸੰਸਕ੍ਰਿਤ, ਬ੍ਰਿਜ ਭਾਸ਼ਾ, ਫਾਰਸੀ ਅਤੇ ਪੰਜਾਬੀ ਦੇ ਵਿਦਵਾਨ ਹਨ। ਯਾਨੀ ਕਿ ਜਿਹੜੇ ਇਹ ਗੁਰਦਾਸ ਜੀ ਹੈਗੇ ਨੇ, ਭਾਈ ਗੁਰਦਾਸ ਜੀ, ਇਹ ਸੰਸਕ੍ਰਿਤ ਔਰ ਬ੍ਰਿਜ ਭਾਸ਼ਾ ਔਰ ਫਾਰਸੀ ਅਤੇ ਪੰਜਾਬੀ ਦੇ ਵਿਦਵਾਨ, ਯਾਨੀ ਕਿ ਇਹਨੂੰ ਬਹੁਤ ਅੱਛੀ ਤਰੀਕੇ ਨਾਲ ਇਹ ਸਾਰੀ ਭਾਸ਼ਾਵਾਂ ਆਉਂਦੀਆਂ ਨੇ। ਸਿੱਖ ਮਤ ਦੇ ਪ੍ਰਚਾਰ ਲਈ ਆਪ ਆਗਰੇ, ਬਨਾਰਸ, ਉਜੈਨ ਆਦਿ ਕਈ ਥਾਵਾਂ 'ਤੇ ਗਏ ਹਨ। ਸਿੱਖ ਮਤ ਕੀ ਹੁੰਦੀ ਹੈ? ਸਿੱਖ ਮਤ ਮਤਲਬ ਉਹਦਾ ਪ੍ਰਚਾਰ, ਯਾਨੀ ਕਿ ਉਹਨੂੰ ਸਭ ਨੂੰ ਦੱਸਣਾ, ਉਹਦੇ ਬਾਰੇ ਅੱਛੀ ਚੀਜ਼ਾਂ ਦੱਸਣਾ ਕਿ ਕਿਉਂ ਸਿੱਖ ਦਾ ਪ੍ਰਚਾਰ ਕਰਨਾ। ਉਹ ਕਿੱਥੇ ਕਿੱਥੇ ਗਏ ਸੀ ਪ੍ਰਚਾਰ ਕਰਨ ਵਾਸਤੇ? ਆਗਰੇ, ਬਨਾਰਸ, ਉਜੈਨ ਆਦਿ ਕਈ ਥਾਵਾਂ 'ਤੇ ਗਏ। ਭਾਈ ਗੁਰਦਾਸ ਜੀ ਮਹਾਨ ਸ਼ਖਸੀਅਤ ਅਤੇ ਮਾਲਕ ਸਨ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸੱਚੇ ਗੁਰਮੁਖ ਦੀ ਤਰ੍ਹਾਂ ਉੱਚਾ ਅਤੇ ਸੁੱਚਾ ਬਤੀਤ ਕੀਤਾ। ਇਮਾਨਦਾਰੀ ਨਾਲ, ਸੱਚ, ਕਦੀ ਝੂਠ ਨਾ ਬੋਲਿਆ। ਬਾਬਾ ਜੀ ਨੇ ਉਸ ਤਰੀਕੇ ਆਪਣਾ ਜੀਵਨ ਬਤੀਤ ਕੀਤਾ। ਆਪ ਨੇ ਗੁਰੂ ਅਰਜਨ ਦੇਵ ਜੀ ਦੇ ਦੁਆਰਾ ਸੰਪਾਦਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪਹਿਲੀ ਵਾਰ ਆਪਣੇ ਹੱਥ ਨਾਲ ਲਿਖਿਆ। ਹੁਣ ਇਹਨਾਂ ਨੇ, ਭਾਈ ਗੁਰਦਾਸ ਜੀ ਨੇ ਜਿਹੜੀ ਗੁਰੂ ਗ੍ਰੰਥ ਸਾਹਿਬ ਸੀ, ਸਾਡੇ ਪ੍ਰੈਜ਼ੈਂਟ ਗੁਰੂ ਨੇ ਗੁਰੂ ਗ੍ਰੰਥ ਸਾਹਿਬ, ਜਿਨ੍ਹਾਂ ਨੂੰ ਆਪਣੇ ਹੱਥ ਨਾਲ ਲਿਖਿਆ। ਭਾਈ ਗੁਰਦਾਸ ਜੀ ਨੇ 40 ਵਾਰਾਂ ਲਿਖੀਆਂ। ਉਹਦੇ ਜੋ 40 ਵਾਰਾਂ ਨੇ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀਆਂ, ਜੋ ਸ਼ੁੱਧ ਟਕਸਾਲੀ ਪੰਜਾਬੀ ਵਿੱਚ ਹੈ, ਮਤਲਬ ਕਿ ਸ਼ੁੱਧ ਪੰਜਾਬੀ 'ਚ ਹੈ। ਬ੍ਰਿਜ ਭਾਸ਼ਾ ਵਿੱਚ ਆਪ ਦੇ 556 ਕਵਿਤ ਸਵਈਏ ਪ੍ਰਸਿੱਧ ਹਨ। ਕਿੰਨੇ? 556 ਵਾਰਾਂ ਵਿੱਚ ਆਪ ਨੇ ਗੁਰੂ ਦੇ ਪਰਮੇਸ਼ਰ ਦਾ ਪਿਆਰ, ਸ਼ਰਧਾ ਅਤੇ ਸਤਿਕਾਰ ਦ੍ਰਿੜ ਕਰਵਾਇਆ ਹੈ। ਜਿੱਥੇ ਦੁਰਾਚਾਰ ਦੀ ਕੀਤੀ ਹੈ, ਉੱਥੇ ਸਦਾਚਾਰ ਦੀ ਸਿੱਖਿਆ ਵੀ ਦਿੱਤੀ ਹੈ। ਜਿੱਥੇ ਦੁਰਾਚਾਰ ਹੋ ਰਿਹਾ, ਉੱਥੇ ਬਾਬਾ ਜੀ ਨੇ ਸਦਾਚਾਰ, ਯਾਨੀ ਕਿ ਹਮੇਸ਼ਾ ਅੱਛਾ ਚੱਲਣ ਦਾ, ਸੱਚ ਬੋਲਣ ਦਾ ਲੋਕਾਂ ਨੂੰ ਸਮਝਾਇਆ ਹੈ। ਆਪ ਨੇ ਗੁਰਮਤਿ ਅਤੇ ਸਿਧਾਂਤਾਂ ਦੀ ਵਿਆਖਿਆ ਕੀਤੀ ਹੈ। ਗੁਰਮਤਿ ਮਤਲਬ ਆਪਣੀ ਸਿੱਖਾਂ ਜੀ ਦੀ ਵਿਆਖਿਆ ਕੀਤੀ ਹੈ, ਹਰ ਜਗ੍ਹਾ ਉਹਨਾਂ ਨੂੰ ਸਮਝਾਇਆ ਲੋਕਾਂ ਨੂੰ, ਜਿਸ ਕਰਕੇ ਆਪ ਦੀ ਰਚਨਾ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਗਿਆ ਹੈ। ਗੁਰਬਾਣੀ ਦੀ ਕੁੰਜੀ ਕੀ ਹੁੰਦਾ ਹੈ? ਆਨਸਰ ਕੀ? ਕਿਸੇ ਸਾਰੇ ਜਿਹੜੇ ਜਵਾਬ ਨੇ ਸਾਡੇ ਇਨਸਾਨਾਂ ਨੂੰ, ਅੱਜ ਕੱਲ੍ਹ ਵੈਸੇ ਵੀ ਬਹੁਤ ਜ਼ਿਆਦਾ ਕੁਐਸਚਨਸ ਹੁੰਦੇ ਨੇ ਕਿ ਰੱਬ ਮੇਰੀ ਇਹ ਗੱਲ ਦਾ ਜਵਾਬ ਦੇ, ਰੱਬ ਮੇਰੀ ਉਹ ਗੱਲ ਦਾ ਜਵਾਬ ਦੇ। ਅਤੇ ਬਾਬਾ ਜੀ ਨੇ ਆਪਣੇ ਗੁਰੂ ਗ੍ਰੰਥ ਸਾਹਿਬ ਵਿੱਚ ਹਰ ਇੱਕ ਗੱਲ ਦਾ ਜਵਾਬ ਦਿੱਤਾ ਹੈ। ਚਲੇ ਅੱਗੇ ਪੜ੍ਹਦੇ ਹਾਂ। ਪ੍ਰਸੰਗ। ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ। ਜਿਉ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ। ਸਿੱਖ ਬੁਕੇ ਮਿਗਰ ਵਲੀ ਭੰਨੀ, ਜਾਏ ਨਾ ਧੀਰੀ ਭਰੋਆ। ਜਿੱਥੇ ਬਾਬਾ ਪੈਰ ਧਰੇ, ਦੂਜਾ ਆਸਣ ਥਾਪਿਆ ਸੋਆ। ਇਹਦੇ ਵਿੱਚ ਧੁੰਦ ਦਾ ਅਰਥ ਕੀ ਹੈ? ਗੁਬਾਰ, ਹਨੇਰਾ। ਅੱਗੇ ਪੜ੍ਹਦੇ ਹਾਂ ਇਹਦੀ ਵਿਆਖਿਆ। ਭਾਈ ਗੁਰਦਾਸ ਦੱਸਦੇ ਹਨ ਕਿ ਜਦੋਂ ਸਤਿਗੁਰੂ ਨਾਨਕ ਦੇਵ ਜੀ ਨੇ ਅਵਤਾਰ ਧਾਰਨ ਕੀਤਾ ਤਾਂ ਅਗਿਆਨਤਾ ਦਾ ਹਨੇਰਾ ਦੂਰ ਹੋ ਗਿਆ। ਯਾਨੀ ਕਿ ਜਦੋਂ ਬਾਬਾ ਜੀ ਨੇ ਅਵਤਾਰ, ਯਾਨੀ ਕਿ ਬਾਬਾ ਜੀ ਜਦੋਂ ਇਸ ਧਰਤੀ 'ਤੇ ਆਏ ਤਾਂ ਹਨੇਰਾ, ਜਿਹੜੀ ਧੁੰਦ ਸੀ ਨਾ, ਉਹ ਹਟ ਗਈ, ਹਨੇਰਾ ਦੂਰ ਹੋਇਆ ਅਤੇ ਗਿਆਨ ਦਾ ਚਾਨਣ ਹੋਆ। ਮਿੱਟੀ ਧੁੰਦ ਜਗ ਚਾਨਣ ਹੋਆ। ਮਿੱਟੀ ਧੁੰਦ ਮਤਲਬ ਜਿਹੜੀ ਧੁੰਦ ਸੀ ਉਹ ਕੀ ਸੀ? ਮਿਟ ਗਈ ਸੀ, ਔਰ ਸਾਰੇ ਪਾਸੇ ਜਿਹੜਾ ਸੀ ਗਿਆਨ ਦਾ ਚਾਨਣ ਹੋ ਗਿਆ। ਜਿਵੇਂ ਸੂਰਜ ਦੇ ਚਾਨਣ ਨਾਲ ਤਾਰੇ ਛਿਪੇ ਜਾਂਦੇ ਹਨ ਅਤੇ ਹਨੇਰਾ ਦੂਰ ਨੱਸ ਜਾਂਦਾ ਹੈ, ਯਾਨੀ ਕਿ ਖਤਮ ਹੋ ਜਾਂਦਾ ਹੈ। ਸ਼ੇਰ ਦੀ ਤਬਕਾਰ ਨਾਲ ਹਿਰਨਾਂ ਦੀ ਕਤਾਰ ਡਰ ਭੱਜ ਜਾਂਦੀ ਹੈ। ਜਦੋਂ ਬਾਬਾ ਜੀ ਨੇ ਅਵਤਾਰ ਲਿੱਤਾ ਤਾਂ ਜਿੰਨੀ ਵੀ ਬੁਰਾਈਆਂ ਸਨ, ਬਾਬਾ ਜੀ ਦੇ ਡਰ ਨਾਲੋਂ ਚਲੀ ਗਈਆਂ ਅਤੇ ਧੀਰਜ ਨਹੀਂ ਕਰਦੀ।
ਇਸੇ ਤਰ੍ਹਾਂ ਗੁਰੂ ਜੀ ਨੇ ਅਵਤਾਰ ਧਾਰਨ ਨਾਲ ਪਾਪਾਂ ਨੂੰ ਭੱਜਣ ਪੈ ਗਈ, ਮਤਲਬ ਜਿਹੜੇ ਪਾਪ ਸਨ ਉਹਨਾਂ ਨੂੰ ਭਾਜਣਾ ਪੈ ਗਈਆਂ ਕਿ ਵੀ ਭੱਜੋ, ਬਾਬਾ ਜੀ ਨੇ ਅਵਤਾਰ ਲੈ ਲਿਆ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਜਿੱਥੇ ਬਾਬਾ ਜੀ ਨੇ ਚਰਨ ਰੱਖਤੇ ਸਨ ਉਸ ਥਾਂ ਸੇਵਕਾਂ ਲਈ ਪੂਜਣ ਯੋਗ ਬਣ ਜਾਂਦੀ ਹੈ। ਅੱਜ ਵੀ ਤੁਸੀਂ ਜਾਣਦੇ ਹੋ ਕਿ ਬਾਬਾ ਜੀ ਦੇ ਖੇਤ ਸਨ, ਬਾਬਾ ਜੀ ਨੇ ਬਹੁਤ ਮਿਹਨਤ ਕੀਤੀ ਆਪਣੀ ਜ਼ਿੰਦਗੀ ਅੰਦਰ, ਉਹ ਸਾਰੀ ਮਿਹਨਤ ਤੇ ਅੱਜ ਵੀ ਬਾਬਾ ਜੀ ਦੇ ਨਾਮ ਤੋਂ ਜ਼ਮੀਨ ਹੈਗੀ ਉੱਥੇ ਜਿੱਥੇ ਉਹ ਖੇਤੀ ਕਰਦੇ ਨੇ। ਅੱਜ ਵੀ ਬਾਬਾ ਜੀ ਨੂੰ ਇੱਕ ਮਿਹਨਤੀ ਇਨਸਾਨ, ਬਾਬਾ ਜੀ ਨੇ ਕਦੀ ਵੀ ਆਰਾਮ ਨਹੀਂ ਸੀ ਕੀਤਾ। 4 ਉਦਾਸੀਆਂ ਕੀਤੀਆਂ ਸਨ, ਯਾਨੀ ਕਿ 4 ਯਾਤਰਾਵਾਂ 4 ਦਿਸ਼ਾਵਾਂ ਵਿੱਚ। ਉਸ ਟਾਈਮ 'ਤੇ ਕੋਈ ਸਾਧਨ ਵੀ ਨਹੀਂ ਸੀ ਹੁੰਦਾ, ਤਦ ਵੀ ਬਾਬਾ ਜੀ ਨੇ, ਪਖੰਡੀ ਬਾਬਾ ਜੀ ਨਹੀਂ ਸੀ ਸਾਡੇ ਗੁਰੂ ਨਾਨਕ ਜਿਹੜੇ ਦੇਵ ਜੀ ਸਨ, ਪਖੰਡ ਨਹੀਂ। ਅੱਜ ਕੱਲ੍ਹ ਦੇ ਬਾਬਾ ਜੀ ਜਿਹੜੇ ਕੀ ਹੁੰਦੇ ਨੇ, ਕਈ ਪਖੰਡੀ ਹੁੰਦੇ ਨੇ, ਕਈ ਇੱਦਾਂ ਐਕਟਿੰਗ ਕਰਦੇ ਨੇ ਕਿ ਅਸੀਂ ਬਾਬੇ ਹਾਂ ਇੱਦਾਂ, ਪਰ ਉਹਨਾਂ ਦੇ ਵਿੱਚ ਐਕਟਿੰਗ ਨਹੀਂ ਸੀ, ਉਹ ਬਹੁਤ ਮਿਹਨਤੀ ਸਨ। ਅੱਗੇ ਚੱਲਦੇ ਹਾਂ। ਸਿੱਧ ਆਸਾਨ ਸਭ ਜਗਤ ਦੇ ਨਾਨਕ ਆਦ ਮਤੇ ਜੋ ਕੋਆ, ਘਰ ਘਰ ਅੰਦਰ ਧਰਮਸਾਲ ਹੋਵਾ, ਕੀਰਤਨ ਸਦਾ ਵਸੋਆ। ਬਾਬੇ ਧਾਰੇ ਚੱਕ ਚੱਕ ਨਿਬੂਖੰਡੀ, ਪ੍ਰਿਥਵੀ ਸੱਚਾ ਢੋਆ। ਗੁਰਮੁਖ ਕਲ ਵਿੱਚ ਪ੍ਰਗਟਿਆ ਹੋਆ। ਗੁਰਮੁਖ ਕਲ ਵਿੱਚ ਪ੍ਰਗਟ ਹੋਇਆ। ਅੱਗੇ ਪੜ੍ਹਦੇ ਹਾਂ ਵਿਆਖਿਆ। ਭਾਈ ਗੁਰਦਾਸ ਜੀ ਦੱਸਦੇ ਹਨ ਕਿ ਸਤਿਗੁਰੂ ਨਾਨਕ ਦੇਵ ਜੀ ਦੀ ਸ਼ਖਸੀਅਤ ਦਾ ਪ੍ਰਭਾਵ ਇੰਨਾ ਪ੍ਰਬਲ ਸੀ ਕਿ ਜਗਤ ਵਿੱਚ ਜਿੰਨੀਆਂ ਵੀ ਥਾਵਾਂ ਪ੍ਰਸਿੱਧ ਸਨ ਉਹ ਸਾਰੀਆਂ ਗੁਰੂ ਦੇ ਆਸਣ ਦੇ ਨਾਲ ਪ੍ਰਸਿੱਧ ਹੋ ਗਈਆਂ। ਹੁਣ ਜਿੱਥੇ ਜਿੱਥੇ ਬਾਬਾ ਜੀ ਗਏ ਸੀ ਉਸ ਜਗ੍ਹਾ ਨੂੰ ਬਾਬਾ ਜੀ ਦੇ ਨਾਂ ਤੋਂ ਅੱਜ ਜਾਣਿਆ ਜਾਂਦਾ ਹੈ। ਸਿੱਧਾਂ ਦੇ ਸਾਰੇ ਆਸਣ ਗੁਰੂ ਦੇ ਘਰ ਬਣ ਗਏ। ਘਰ ਘਰ ਵਿੱਚ ਪਰਮਸ਼ਾਲਾਵਾਂ ਬਣ ਗਈਆਂ ਤੇ ਕੀਰਤਨ ਹੋਣ ਲੱਗ ਪਿਆ, ਜਿਵੇਂ ਸਦਾ ਵਿਸਾਖੀ ਲੱਗੀ ਹੋਵੇ। ਲਗਾਤਾਰ ਖੁਸ਼ੀ ਦਾ ਕੀਰਤਨ ਹੋਣ ਲੱਗਾ। ਬਾਬੇ ਨਾਨਕ ਨੇ ਚਹੁ ਦਿਸ਼ਾਵਾਂ ਤਾਰ ਦਿੱਤੀਆਂ। ਜਿਹੜੀ ਦਿਸ਼ਾਵਾਂ ਨੇ ਤਾਰ ਦਿੱਤੀਆਂ, ਇਸ ਲਾਈਨ ਦਾ ਇਹ ਅਰਥ ਹੈ ਕਿ ਬਾਬਾ ਜੀ ਨੇ 4 ਉਦਾਸੀਆਂ ਕੀਤੀਆਂ 4 ਦਿਸ਼ਾਵਾਂ ਵਿੱਚ, ਉਹ ਵੀ ਪੈਦਲ, ਬਿਨਾਂ ਕਿਸੇ ਸਾਧਨ ਤੋਂ। 9 ਖੰਡ ਪ੍ਰਿਥਵੀ ਵਿਖੇ ਸੱਚ ਦਾ ਪ੍ਰਕਾਸ਼ ਹੋਇਆ। ਯਾਨੀ ਕਿ ਜਦੋਂ ਬਾਬਾ ਜੀ ਨੇ ਅਵਤਾਰ ਹਾਸਿਲ ਕੀਤਾ ਉਦੋਂ ਜਿਹੜੀ ਮਿੱਟੀ ਜਿਹੜੀ ਧੁੰਦ ਸੀ ਉਹ ਖਤਮ ਹੋ ਚੁੱਕੀ ਸੀ ਔਰ ਗਿਆਨ ਦਾ ਚਾਨਣ ਹੋਆ। ਉਹ ਬੁਰਾਈ ਜਿਹੜੀ ਬਾਬਾ ਜੀ ਨੂੰ ਵੇਖ ਕੇ ਭੱਜ ਗਈ। ਇਸ ਤਰ੍ਹਾਂ ਕਲਯੁਗ ਵਿੱਚ ਪੈਦਾ ਹੋਇਆ ਸ਼੍ਰੋਮਣੀ ਗੁਰੂ ਨਾਨਕ ਨੇ ਸੰਸਾਰ ਦਾ ਉਧਾਰ ਕੀਤਾ। ਬਾਬਾ ਜੀ ਨੇ ਜਿਹੜਾ ਸੰਸਾਰ ਨੂੰ ਸਮਝਾਇਆ, ਕਈ ਸਾਰੀਆਂ ਜਿਹੜੀਆਂ ਰੀਤੀ ਰਿਵਾਜ ਸਨ ਉਹ ਸਭ ਬਦਲੀਆਂ, ਸਭ ਨੂੰ ਬਦਲ ਦਿੱਤਾ ਤਾਂ ਕਿ ਕਿਸੇ ਨੂੰ ਵੀ ਕੋਈ ਉੱਚਾ ਜਾਂ ਨੀਵਾਂ ਨਹੀਂ ਹੈ, ਸਭ ਬਰਾਬਰ ਹਨ। ਬਾਬਾ ਜੀ ਨੇ ਇਹ ਕਿਹਾ ਅਤੇ ਇੱਥੇ ਸਾਡਾ ਚੈਪਟਰ ਖਤਮ ਹੁੰਦਾ ਹੈ। ਆਈ ਹੋਪ ਤੁਹਾਨੂੰ ਮੇਰੀ ਵੀਡੀਓ ਬਹੁਤ ਪਸੰਦ ਆਈ ਹੋਏਗੀ, ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ। ਥੈਂਕ ਯੂ।